Hello friends, welcome to on my YouTube channel Be Educational Winners। फ्रेंड्स आज ਅਸੀਂ ਹਿਸਟਰੀ ਦੇ ਮੋਸਟ ਇੰਪੋਰਟੈਂਟ 30 ਕੁਐਸਚਨ ਕਰਾਂਗੇ। ਬਹੁਤ ਹੀ ਜ਼ਿਆਦਾ ਨੌਲੇਜੇਬਲ ਵੀਡੀਓ ਹੋਏਗੀ ਸਾਰੇ ਹੀ ਕੈਂਡੀਡੇਟਸ ਦੇ ਲਈ ਜੋ ਕਿ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹਨ, ਸਪੈਸ਼ਲੀ ਫॉर ਸੀਟੈਟ ਪੀਐਸਟੈਟ ਈਟੀਟੀ ਐਂਡ ਮਾਸਟਰ ਕਾਰਡ ਐਗਜ਼ਾਮ ਦੇ ਕੈਂਡੀਡੇਟਸ ਦੇ ਲਈ ਬਹੁਤ ਹੀ ਜ਼ਿਆਦਾ ਨੌਲੇਜੇਬਲ ਵੀਡੀਓ ਹੋਏਗੀ। ਸੋ ਫਰੈਂਡਸ ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਹੋਰ ਵੀ ਜੋ ਨੌਲੇਜੇਬਲ ਵੀਡੀਓਜ਼ ਅਸੀਂ ਕਰ ਚੁੱਕੇ ਹਾਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਸਕਦੇ ਹੋ ਤਾਂ ਜੋ ਤੁਸੀਂ ਲੇਟੈਸਟ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੋਏਗੀ ਉਹ ਲੈ ਸਕੋ। ਸੋ ਸਟਾਰਟ ਕਰਦੇ ਹਾਂ ਫਰੈਂਡਸ ਅੱਜ ਦੀ ਵੀਡੀਓ। ਸਭ ਤੋਂ ਫਰਸਟ ਕੁਐਸਚਨ ਜੋ ਅਸੀਂ ਪਹਿਲਾਂ ਕਰਾਂਗੇ, ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਿਹੜਾ ਦੇਸ਼ ਸੀ ਜਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ? ਪਹਿਲਾ ਵਿਸ਼ਵ ਯੁੱਧ ਜੋ ਹੈ ਉਸ ਦੇ ਵਿੱਚ ਕਿਹੜਾ ਦੇਸ਼ ਸੀ ਜੋ ਹਾਰਿਆ ਸੀ? ਆਪਸ਼ਨ ਤੁਹਾਡੇ ਕੋਲ ਹਨ ਫਰਾਂਸ, ਰੂਸ, ਜਰਮਨੀ ਜਾਂ ਸਪੇਨ। ਕਿਹੜਾ ਦੇਸ਼ ਸੀ ਜੋ ਹਾਰਿਆ ਸੀ? ਤਾਂ ਇਸ ਦਾ ਰਾਈਟ ਆਨਸਰ ਜੋ ਹੈ ਉਹ ਹੈ ਜਰਮਨੀ। ਜਰਮਨੀ ਦੇਸ਼ ਸੀ ਜਿਸ ਨੂੰ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋ ਫਰੈਂਡਸ ਪਹਿਲੇ ਵਿਸ਼ਵ ਯੁੱਧ ਦੇ ਨਾਲ ਰਿਲੇਟਡ ਸਾਰੇ ਹੀ ਇੰਪੋਰਟੈਂਟ ਫੈਕਟ ਕਰਾਂਗੇ ਕਿਉਂਕਿ ਪ੍ਰੀਵੀਅਸ ਈਅਰ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੋ ਕੁਐਸਚਨ ਇਸ ਦੇ ਵਿੱਚ ਰਿਪੀਟ ਹੋਏ ਹਨ। ਸੋ ਜੇਕਰ ਅਸੀਂ ਗੱਲ ਕਰੀਏ ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੁੰਦਾ ਹੈ, ਇਸ ਦਾ ਤਤਕਾਲੀ ਕਾਰਨ ਕੀ ਹੈ, ਠੀਕ ਹੈ, ਸਾਰੇ ਹੀ ਜੋ ਇੰਪੋਰਟੈਂਟ ਫੈਕਟ ਇਸ ਦੇ ਵਿੱਚ ਅਸੀਂ ਕਵਰ ਕਰਾਂਗੇ। ਪਹਿਲਾ ਵਿਸ਼ਵ ਯੁੱਧ ਜੇਕਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਜਰਮਨੀ ਦੇ ਨਾਲ ਕਿਹੜੇ ਕਿਹੜੇ ਦੇਸ਼ ਸਨ ਜੋ ਬਿਲਕੁਲ ਤਬਾਹ ਹੋ ਗਏ ਸਨ, ਜਾਂ ਕਹੀਏ ਬਿਲਕੁਲ ਢਹਿ ਢੇਰੀ ਹੋ ਗਏ ਸਨ। ਸੋ ਇਸ ਦੇ ਵਿੱਚ ਇਹੋ ਜਿਹੇ ਦੇਸ਼ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਉਸ ਦੇ ਵਿੱਚ ਰੂਸ ਸ਼ਾਮਲ ਸੀ, ਇੱਕ ਜੋ ਅਸੀਂ ਆਪਸ਼ਨ ਕੀਤਾ ਹੈ ਇਸ ਦੇ ਵਿੱਚ ਜਰਮਨੀ ਸੀ, ਆਸਟਰੀਆ ਸੀ, ਹੰਗਰੀ, ਹੈਮਸਬਰਗ, ਉਸਮਾਨੀਆ, ਇਹ ਸਾਰੇ ਦੇਸ਼ਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਹ ਕਹਿ ਲਓ ਕਿ ਇਹ ਬਿਲਕੁਲ ਢਹਿ ਢੇਰੀ ਹੋ ਗਏ ਸਨ, ਠੀਕ ਹੈ। ਜੇਕਰ ਅਸੀਂ ਟਾਈਮ ਪੀਰੀਅਡ ਦੀ ਗੱਲ ਕਰੀਏ ਪਹਿਲਾ ਵਿਸ਼ਵ ਯੁੱਧ ਦਾ ਟਾਈਮ ਪੀਰੀਅਡ ਕੀ ਸੀ ਜਦੋਂ ਇਹ ਸਟਾਰਟ ਹੋਇਆ ਸੀ? ਤਾਂ 28 ਜੁਲਾਈ 1914 ਈਸਵੀ ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਜੋ ਕਿ 11 ਨਵੰਬਰ 1918 ਈਸਵੀ ਤੱਕ ਚੱਲਿਆ। ਤੇ ਇਹ ਇੱਕ ਅਜਿਹਾ ਯੁੱਧ ਸੀ ਜੋ 3 ਮਹਾਦੀਪਾਂ ਦੇ ਵਿੱਚ ਇੱਕ ਧਰਤੀ, ਸਮੁੰਦਰ ਤੇ ਆਕਾਸ਼ ਵਿੱਚ ਲੜਿਆ ਜਾਣ ਵਾਲਾ ਯੁੱਧ ਸੀ। ਸੋ 3 ਮਹਾਦੀਪ ਕਿਹੜੇ ਸਨ? ਯੂਰਪ, ਏਸ਼ੀਆ ਤੇ ਅਫਰੀਕਾ। ਇਹਨਾਂ ਤਿੰਨਾਂ ਮਹਾਦੀਪਾਂ ਦੇ ਵਿੱਚ ਲੜਿਆ ਗਿਆ। ਜੇਕਰ ਇਸ ਦਾ ਤਤਕਾਲੀ ਕਾਰਨ ਦੇਖਿਆ ਜਾਵੇ ਜੋ ਕਿ ਪ੍ਰੀਵੀਅਸ ਮਾਸਟਰ ਕਾਰਡ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਹੈ, ਇਸ ਦਾ ਤਤਕਾਲੀ ਕਾਰਨ ਜਿਸ ਦੇ ਵਿੱਚ ਪੁੱਛਿਆ ਗਿਆ ਹੈ ਆਰਕਡਿਊਕ ਫਰਡੀਨੈਂਡ ਦੀ ਹੱਤਿਆ ਜੋ ਹੈ ਕਿਸ ਸਥਾਨ ਤੇ ਕੀਤੀ ਗਈ, ਠੀਕ ਹੈ। ਸੋ ਤੁਸੀਂ ਸਾਰੇ ਹੀ ਇੰਪੋਰਟੈਂਟ ਫੈਕਟ ਯਾਦ ਰੱਖਣੇ ਹਨ। ਉਸਦੀ ਜੋ ਤਤਕਾਲੀ ਕਾਰਨ ਬਣਿਆ ਸੀ ਪਹਿਲੇ ਵਿਸ਼ਵ ਯੁੱਧ ਦਾ, ਆਰਕਡਿਊਕ ਫਰਡੀਨੈਂਡ ਤੇ ਉਹਦੀ ਪਤਨੀ ਦੀ ਹੱਤਿਆ ਕੀਤੀ ਗਈ ਸੀ। ਇਸ ਦੇ ਨਾਲ ਲੋਕੀ ਜੋ ਸਨ ਉਹ ਭੜਕ ਉੱਠੇ ਸਨ। ਸੋ 28 ਜੂਨ 1914 ਈਸਵੀ ਨੂੰ ਇਹ ਹੋਈ ਸੀ। ਕਿੱਥੇ ਹੋਈ ਸੀ? ਤਾਂ ਸਾਰਜੀਵੋ ਦੇ ਵਿੱਚ ਹੋਈ ਸੀ, ਠੀਕ ਹੈ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਸਾਰਜੀਵੋ ਦੇ ਵਿੱਚ 28 ਜੂਨ 1914 ਈਸਵੀ ਨੂੰ ਹੱਤਿਆ ਕੀਤੀ ਗਈ ਸੀ ਜੋ ਪਹਿਲੇ ਵਿਸ਼ਵ ਯੁੱਧ ਦਾ ਜੋ ਹੈ ਤਤਕਾਲੀ ਕਾਰਨ ਬਣਿਆ ਸੀ। ਇਸ ਦੇ ਨਾਲ ਇੰਪੋਰਟੈਂਟ ਫੈਕਟ ਹੋਰ ਕੀ ਹੋ ਸਕਦੇ ਹਨ? ਜੋ ਪਹਿਲਾ ਵਿਸ਼ਵ ਯੁੱਧ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਹੈ? ਪੈਰਿਸ ਦਾ ਇੱਕ ਸ਼ਾਂਤੀ ਸੰਮੇਲਨ ਹੁੰਦਾ ਹੈ ਜਿਸ ਦੇ ਵਿੱਚ 27 ਦੇਸ਼ ਜੋ ਹਨ ਉਹ ਸ਼ਾਮਲ ਹੁੰਦੇ ਹਨ। ਕਿਤੇ ਤੁਹਾਨੂੰ ਇਸ ਦੇ ਵਿੱਚ 28 ਦੇਸ਼ ਵੀ ਮਿਲਣਗੇ, ਸੋ ਤੁਸੀਂ ਇਸ ਨੂੰ ਧਿਆਨ ਵਿੱਚ ਰੱਖਣਾ ਹੈ। 27 ਤੋਂ 28 ਦੇਸ਼ ਇਸ ਪੈਰਿਸ ਦੇ ਸੰਮੇਲਨ ਦੇ ਵਿੱਚ, ਸ਼ਾਂਤੀ ਸੰਮੇਲਨ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਮੇਨ ਇੰਪੋਰਟੈਂਸ ਕਿਹੜੇ ਦੇਸ਼ਾਂ ਦੀ ਰਹੀ, ਮੇਨ ਭੂਮਿਕਾ ਕਿਹਨਾਂ ਦੀ ਰਹੀ? ਅਮਰੀਕਾ, ਇੰਗਲੈਂਡ ਤੇ ਫਰਾਂਸ ਦੀ, ਠੀਕ ਹੈ। ਪੈਰਿਸ ਦੇ ਸ਼ਾਂਤੀ ਸੰਮੇਲਨ ਦੇ ਵਿੱਚ ਮੇਨ ਜੋ ਦੇਸ਼ ਸਨ, ਠੀਕ ਹੈ। ਸੋ ਯੂਰਪ ਦੀਆਂ ਸੀਮਾਵਾਂ ਜੋ ਇਹ ਜੋ ਪਹਿਲਾ ਵਿਸ਼ਵ ਯੁੱਧ ਹੋਇਆ ਇਸ ਦੇ ਨਾਲ ਨਿਰਧਾਰਿਤ ਹੁੰਦੀਆਂ ਹਨ ਤੇ ਅਮਰੀਕਾ ਹੈ ਇੱਕ ਮਹਾਸ਼ਕਤੀ ਬਣ ਕੇ ਸਾਹਮਣੇ ਆਉਂਦਾ ਹੈ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਵੀ ਇਸ ਦੇ ਨਾਲ ਰਿਲੇਟਡ ਹੀ ਹੈ ਪਹਿਲੇ ਵਿਸ਼ਵ ਯੁੱਧ ਦੇ ਨਾਲ। ਸੈਕਿੰਡ ਕੁਐਸਚਨ, ਜੋ ਅਮਰੀਕੀ ਮਿਲਟਰੀ ਹੈ, ਅਮਰੀਕੀ ਮਿਲਟਰੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਦੋਂ ਸ਼ਾਮਿਲ ਹੋਈ? ਆਪਸ਼ਨ ਤੁਸੀਂ ਦੇਖ ਸਕਦੇ ਹੋ 1914, 1915, 1916 ਜਾਂ 1917 ਦੇ ਵਿੱਚ ਅਮਰੀਕੀ ਮਿਲਟਰੀ ਕਦੋਂ ਸ਼ਾਮਿਲ ਹੋਈ? ਸੋ ਇਸ ਦਾ ਟਾਈਮ ਜੋ ਹੈ ਅਮਰੀਕੀ ਮਿਲਟਰੀ ਦਾ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਿਲ ਹੋਣ ਦਾ ਉਹ ਹੈ 1917। 1917 ਦੇ ਵਿੱਚ ਜੋ ਹੈ ਜੋ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਅਮਰੀਕੀ ਮਿਲਟਰੀ ਜੋ ਹੈ ਸ਼ਾਮਿਲ ਹੋਈ ਸੀ। ਇਸ ਦੇ ਨਾਲ ਹੀ ਜੋ ਹਾਰਿਆ ਦੇਸ਼ ਸੀ ਜਰਮਨੀ, ਉਸ 'ਤੇ ਜੋ ਸੰਧੀ ਥੋਪੀ ਗਈ ਸੀ, ਇਹ ਵੀ ਪੁੱਛਿਆ ਜਾ ਸਕਦਾ ਹੈ ਕਿਹੜੀ ਸੰਧੀ ਸੀ? ਤਾਂ ਉਹ ਸੰਧੀ ਸੀ ਵਰਸਾਏ ਦੀ ਸੰਧੀ, ਠੀਕ ਹੈ। ਇਹ ਇੰਪੋਰਟੈਂਟ ਫੈਕਟ ਵੀ ਤੁਸੀਂ ਯਾਦ ਰੱਖਣਾ ਹੈ। ਵਰਸਾਏ ਦੀ ਸੰਧੀ ਦੇ ਨਾਲ ਰਿਲੇਟਡ, ਵਰਸਾਏ ਦੀ ਸੰਧੀ ਜਰਮਨੀ 'ਤੇ ਥੋਪੀ ਜਾਣ ਵਾਲੀ ਸੰਧੀ ਸੀ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਕੁਐਸਚਨ ਕਰਦੇ ਹਾਂ, ਥਰਡ ਕੁਐਸਚਨ, ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ? ਜੋ ਦੂਸਰਾ ਵਿਸ਼ਵ ਯੁੱਧ ਹੋਇਆ ਪਹਿਲਾਂ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਦੋਂ ਤੋਂ ਕਦੋਂ ਤੱਕ ਹੋਇਆ ਸੀ।
1939 ਈਸਵੀ ਤੋਂ ਲੈ ਕੇ 1939 ਤੋਂ 1945 ਈਸਵੀ ਤੱਕ ਲੜਿਆ ਜਾਣ ਵਾਲਾ ਇਹ ਦੂਸਰਾ ਵਿਸ਼ਵ ਯੁੱਧ ਸੀ। ਤੇ ਇਸ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਤੁਸੀਂ ਆਪਸ਼ਨ ਦੇਖ ਸਕਦੇ ਹੋ, ਫਰੈਂਕਲਿਨ ਡੀ ਰੂਜ਼ਵੈਲਟ, ਚੈਂਬਰਲਿਨ, ਵਿੰਸਟਨ ਚਰਚਿਲ ਜਾਂ ਮਾਊਂਟਬੈਟਨ। ਸੋ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਫਰੈਂਕਲਿਨ ਡੀ ਰੂਜ਼ਵੈਲਟ, ਜੋ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਸੀ। ਠੀਕ ਹੈ, ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਇੰਪੋਰਟੈਂਟ ਫੈਕਟ ਹੈ। ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ, ਮਾਰਟਿਨ ਲੂਥਰ ਸੰਬੰਧਿਤ ਸੀ। ਮਾਰਟਿਨ ਲੂਥਰ ਕਿਸ ਦੇ ਨਾਲ ਸੰਬੰਧਿਤ ਸੀ? ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਮਾਰਟਿਨ ਲੂਥਰ ਦਾ ਸੰਬੰਧ ਕਿਸ ਦੇ ਨਾਲ ਸੀ। ਮਾਰਟਿਨ ਲੂਥਰ ਸੀ ਕੌਣ? ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੇ ਦੇ ਨਾਲ ਤੁਸੀਂ ਯਾਦ ਰੱਖਣਾ ਹੈ ਕਿ ਇਹ ਜੋ ਮਾਰਟਿਨ ਲੂਥਰ ਸੀ, ਇਸਨੇ ਪੋਪ ਦੀ ਪ੍ਰਭੂ ਸੱਤਾ ਦਾ ਵਿਰੋਧ ਕੀਤਾ ਸੀ ਤੇ ਇਹ ਇੱਕ ਹਬਸ਼ੀ ਸੀ। ਠੀਕ ਹੈ, ਜਿਸ ਨੇ ਕਿ ਪੱਛਮੀ ਯੂਰਪ ਦੇ ਵਿਕਾਸ ਦੀ ਜੋ ਦਿਸ਼ਾ ਜੋ ਸੀ ਉਹ ਬਦਲ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ ਦਾ ਪਾਦਰੀ ਸੀ, ਇੱਕ ਇੰਪੋਰਟੈਂਟ ਜੋ ਇੱਕ ਮੇਨ ਅੰਦੋਲਨਕਾਰੀ ਸੀ। ਅਮਰੀਕੀ ਨਾਗਰਿਕ ਅਧਿਕਾਰਾਂ ਦੇ ਸੰਘਰਸ਼ ਦੇ ਵਿੱਚ ਇਹ ਪ੍ਰਮੁੱਖ ਰਹਿਣ ਵਾਲਾ ਨੇਤਾ ਸੀ ਜੋ ਮਾਰਟਿਨ ਲੂਥਰ ਹੈ। ਇਸ ਦੇ ਨਾਲ ਕਿਸੇ ਤਰ੍ਹਾਂ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ, ਸੋ ਤੁਸੀਂ ਯਾਦ ਰੱਖਣਾ ਹੈ ਪੋਪ ਦੀ ਪ੍ਰਭੂਸੱਤਾ ਦਾ ਵਿਰੋਧ ਕੀਤਾ ਇੱਕ ਹਬਸ਼ੀ ਸੀ ਜੋ ਕਿ ਪੱਛਮੀ ਯੂਰਪ ਦੇ ਵਿਕਾਸ ਦੀ ਦਿਸ਼ਾ ਬਦਲਣ ਦੇ ਵਿੱਚ ਇਸ ਦਾ ਮਹੱਤਵਪੂਰਨ ਰੋਲ ਰਿਹਾ। ਅਮਰੀਕਾ ਦਾ ਪਾਦਰੀ ਇੱਕ ਅੰਦੋਲਨਕਾਰੀ ਸੀ ਜਿਸ ਦੀ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੋ ਪ੍ਰਮੁੱਖ ਨੇਤਾ ਦੇ ਰੂਪ ਵਿੱਚ ਭੂਮਿਕਾ ਰਹੀ ਹੈ ਅਮਰੀਕੀ ਨਾਗਰਿਕ ਅਧਿਕਾਰਾਂ ਦੇ ਸੰਘਰਸ਼ ਦੇ ਵਿੱਚ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਪੋਪ ਦੀ ਸੀਟ ਕਿੱਥੇ ਹੈ? ਆਪਸ਼ਨ ਤੁਸੀਂ ਦੇਖ ਸਕਦੇ ਹੋ, ਰੋਮ, ਪੈਰਿਸ, ਵੀਨੀਆ ਜਾਂ ਸਾਰਿਆਂ ਦੇ ਵਿੱਚ। ਪੋਪ ਦੀ ਸੀਟ ਪੁੱਛੀ ਗਈ ਹੈ ਕਿੱਥੇ ਹੈ? ਸੋ ਇਸ ਦਾ ਰਾਈਟ ਆਂਸਰ ਜੋ ਹੋਏਗਾ ਰੋਮ ਦੇ ਵਿੱਚ। ਰੋਮ ਦੇ ਵਿੱਚ ਜੋ ਹੈ ਪੋਪ ਦੀ ਸੀਟ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, ਇਹ ਸਾਰੇ ਹੀ ਐਗਜ਼ਾਮ ਰੈਲੇਵੈਂਟ ਹਨ, ਤੁਸੀਂ ਦੇਖ ਸਕਦੇ ਹੋ। ਨੈਕਸਟ ਕੁਐਸਚਨ, ਕਿਸ ਦੇਸ਼ ਨੂੰ ਪੁਨਰ ਜਾਗ੍ਰਿਤੀ ਦਾ ਘਰ ਮੰਨਿਆ ਜਾਂਦਾ ਹੈ? ਠੀਕ ਹੈ, ਕਿਹੜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੁਨਰ ਜਾਗ੍ਰਿਤੀ ਦਾ ਜਨਮ ਹੋਇਆ? ਪੁਨਰ ਜਾਗ੍ਰਿਤੀ ਦਾ ਘਰ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਆਪਸ਼ਨ ਤੁਸੀਂ ਦੇਖ ਸਕਦੇ ਹੋ, ਇਟਲੀ, ਸਵਿਟਜ਼ਰਲੈਂਡ, ਫਰਾਂਸ, ਜਰਮਨੀ। ਕਿਹੜਾ ਦੇਸ਼ ਜੋ ਸਭ ਤੋਂ ਪਹਿਲਾਂ ਪੁਨਰ ਜਾਗ੍ਰਿਤੀ ਦਾ ਘਰ ਮੰਨਿਆ ਗਿਆ? ਇਸ ਦਾ ਰਾਈਟ ਆਂਸਰ ਹੈ ਇਟਲੀ। ਇਟਲੀ ਦੇ ਵਿੱਚ ਪੁਨਰ ਜਾਗਰਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੋਈ ਸੀ। ਜੇਕਰ ਤੁਹਾਨੂੰ ਨਗਰ ਪੁੱਛ ਲਿਆ ਜਾਵੇ, ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ, ਤਾਂ ਫਲੋਰੈਂਸ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ, ਨੋਟ ਕਰ ਲੈਣਾ। ਫਲੋਰੈਂਸ ਨਗਰ ਤੋਂ ਜੋ ਹੈ ਇਟਲੀ ਦੇ ਵਿੱਚ ਪੁਨਰ ਜਾਗਰਣ ਦੀ ਸ਼ੁਰੂਆਤ ਹੋਈ। ਤੇ ਇੰਪੋਰਟੈਂਟ ਕਵੀ ਪੁੱਛ ਲਿਆ ਜਾਂਦਾ ਹੈ ਜੋ ਪੁਨਰ ਜਾਗਰਣ ਦੇ ਵਿੱਚ ਅਗਰਦੂਤ ਰਿਹਾ ਹੈ ਕਵੀ, ਤਾਂ ਉਸ ਦਾ ਨਾਂ ਹੈ ਦਾਂਤੇ। ਦਾਂਤੇ ਕਵੀ ਹੈ ਜੋ ਕਿ ਪੁਨਰ ਜਾਗਰਣ ਦੇ ਵਿੱਚ ਇਟਲੀ ਦਾ ਜੋ ਕਵੀ ਸੀ ਅਗਰਦੂਤ ਰਿਹਾ ਹੈ। ਠੀਕ ਹੈ, ਪੁਨਰ ਜਾਗਰਣ ਦਾ ਸਮਾਂ ਜੇਕਰ ਤੁਸੀਂ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ, ਜੋ ਕਿ 14ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਜੋ ਇਹ ਪੁਨਰ ਜਾਗਰਣ ਦਾ ਸਮਾਂ ਸੀ, ਜੋ ਕਿ ਪੂਰੇ ਯੂਰਪ ਦੇ ਵਿੱਚ ਜੋ ਸੀ ਹੌਲੀ ਹੌਲੀ ਫੈਲ ਗਿਆ ਸੀ। ਪੁਨਰ ਜਾਗ੍ਰਿਤੀ ਦਾ ਜੋ ਇਹ ਸਾਰਾ ਕੰਸੈਪਟ ਸੀ, ਪੁਨਰ ਜਾਗ੍ਰਿਤੀ ਲੋਕਾਂ ਦੇ ਵਿੱਚ ਜੋ ਅਵੇਅਰਨੈਸ ਆ ਗਈ ਸੀ, ਇਹ 14ਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ ਤਾਂ 17ਵੀਂ ਸਦੀ ਤੱਕ ਸਾਰੇ ਯੂਰਪ ਦੇ ਵਿੱਚ ਇਹ ਫੈਲ ਜਾਂਦੀ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਸੁਤੰਤਰਤਾ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਸੁਤੰਤਰਤਾ ਸਮੇਂ ਜੋ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਰਿਹਾ ਸੀ? ਤਾਂ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਕਲੀਮੈਂਟ ਐਟਲੀ। ਕਲੀਮੈਂਟ ਐਟਲੀ ਜੋ ਹੈ ਉਹ ਸੁਤੰਤਰਤਾ ਸਮੇਂ ਜੋ ਹੈ ਇੰਗਲੈਂਡ ਦਾ ਪ੍ਰਧਾਨ ਮੰਤਰੀ ਰਿਹਾ ਸੀ। ਠੀਕ ਹੈ, ਇਸ ਦੇ ਨਾਲ ਹੀ ਜੋ ਕਲੀਮੈਂਟ ਐਟਲੀ ਕੌਣ ਸੀ? ਤਾਂ ਇਹ ਇੱਕ ਲੇਬਰ ਪਾਰਟੀ ਦਾ ਨੇਤਾ ਸੀ। ਲੇਬਰ ਪਾਰਟੀ ਦਾ ਮੇਨ ਜੋ ਸੀ ਇਹ ਨੇਤਾ ਸੀ। ਇਹ ਵੀ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ, ਬ੍ਰਿਟਿਸ਼ ਰਾਜਨੇਤਾ ਤੇ ਲੇਬਰ ਪਾਰਟੀ ਦਾ ਮੁੱਖ ਨੇਤਾ ਸੀ ਕਲੀਮੈਂਟ ਐਟਲੀ, ਜੋ ਕਿ ਸੁਤੰਤਰਤਾ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ ਸੀ। ਨੈਕਸਟ ਕੁਐਸਚਨ ਇੰਪੋਰਟੈਂਟ ਹੈ, ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਵਲ ਦਾ ਉੱਤਰਾਧਿਕਾਰੀ ਕੌਣ ਬਣਿਆ? ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਵਲ ਦਾ ਉੱਤਰਾਧਿਕਾਰੀ ਕੌਣ ਬਣਿਆ ਸੀ? ਤਾਂ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਲਾਰਡ ਲੂਇਸ ਮਾਊਂਟਬੇਟਨ। ਤਾਂ ਮਾਊਂਟਬੇਟਨ ਜੋ ਸੀ ਉਹ ਲਾਰਡ ਵੇਵਲ ਦਾ ਉੱਤਰਾਧਿਕਾਰੀ ਬਣਿਆ ਸੀ ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ। ਠੀਕ ਹੈ, ਸੋ ਬਹੁਤ ਹੀ ਇੰਪੋਰਟੈਂਟ ਫੈਕਟ ਮਾਊਂਟਬੇਟਨ ਦੇ ਨਾਲ ਰਿਲੇਟਡ ਇਹ ਵੀ ਹੈ ਕਿ ਅੰਤਿਮ ਵਾਇਸਰਾਏ ਜੋ ਹੈ ਵਜੋਂ ਜਾਣਿਆ ਜਾਂਦਾ ਸੀ ਲਾਰਡ ਮਾਊਂਟਬੇਟਨ, ਲੂਇਸ ਮਾਊਂਟਬੇਟਨ। ਠੀਕ ਹੈ, ਅੰਤਿਮ ਵਾਇਸਰਾਏ ਸੀ ਇਹ ਭਾਰਤ ਦਾ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਭਗਤ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ਸੀ? ਭਗਤ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ? ਸੋ ਇਸ ਦਾ ਜੋ ਰਾਈਟ ਆਂਸਰ ਹੈ, ਭਗਤ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ? ਤਾਂ 23 ਮਾਰਚ 1931 ਈਸਵੀ ਨੂੰ। 23 ਮਾਰਚ 1931 ਈਸਵੀ ਨੂੰ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ।
ਜੋ ਕਿ ਭਗਤ ਸਿੰਘ ਜੋ ਸੀ ਆਜ਼ਾਦੀ ਸੰਘਰਸ਼ ਦਾ ਇੱਕ ਮਹਾਨ ਕ੍ਰਾਂਤੀਕਾਰੀ ਨੇਤਾ ਹੋਇਆ ਸੀ। ਇਸ ਨੂੰ ਜੋ ਹੈ ਫਾਂਸੀ 24 ਮਾਰਚ ਨੂੰ ਦਿੱਤੀ ਜਾਣੀ ਸੀ, ਪਰ ਕੋਈ ਵੀ ਕਿਸੇ ਤਰ੍ਹਾਂ ਦਾ ਜੋ ਹੈ ਭੀੜ ਜਮ੍ਹਾਂ ਨਾ ਹੋਵੇ, ਕੋਈ ਵੀ ਕਿਸੇ ਤਰ੍ਹਾਂ ਦਾ ਵਿਦਰੋਹ ਨਾ ਹੋ ਜਾਵੇ, ਸੋ ਇਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਜੋ ਹੈ ਫਾਂਸੀ 'ਤੇ ਲਟਕਾ ਦਿੱਤਾ ਗਿਆ। ਸੋ 23 ਮਾਰਚ ਤੁਸੀਂ ਟਾਈਮ ਯਾਦ ਰੱਖਣਾ ਹੈ, 23 ਮਾਰਚ 1931 ਈਸਵੀ ਨੂੰ। ਭਗਤ ਸਿੰਘ ਦੇ ਨਾਲ ਰਿਲੇਟਡ ਇੰਪੋਰਟੈਂਟ ਫੈਕਟ ਹਨ ਕਿ ਇਹਨਾਂ ਨੇ ਜੋ ਹੈ ਨੌਜਵਾਨ ਭਾਰਤ ਸਭਾ ਬਣਾਈ ਸੀ ਮਾਰਚ 1929 ਈਸਵੀ ਦੇ ਵਿੱਚ, ਤੇ ਇਹ ਜੋ ਐਸੋਸੀਏਸ਼ਨ ਦੇ ਵਿੱਚ ਸ਼ਾਮਲ ਸਨ ਉਹ ਸਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਕਿਰਤੀ ਕਿਸਾਨ ਪਾਰਟੀ, ਜਿਨ੍ਹਾਂ ਐਸੋਸੀਏਸ਼ਨ ਦੇ ਵਿੱਚ ਇਹਨਾਂ ਦੀ ਮੁੱਖ ਭੂਮਿਕਾ ਰਹੀ ਸੀ। ਸੋ ਸਾਰੇ ਹੀ ਇੰਪੋਰਟੈਂਟ ਫੈਕਟ ਤੁਸੀਂ ਜੋ ਹੈ ਧਿਆਨ ਵਿੱਚ ਰੱਖਣੇ ਹਨ। ਨੈਕਸਟ 10ਵਾਂ ਇੰਪੋਰਟੈਂਟ ਕੁਐਸਚਨ ਹੈ, ਡਾਂਡੀ ਮਾਰਚ ਜਾਣਿਆ ਜਾਂਦਾ ਹੈ। ਡਾਂਡੀ ਮਾਰਚ ਕਿਸ ਦੇ ਲਈ ਜਾਣਿਆ ਜਾਂਦਾ ਹੈ? ਸੋ ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ। ਡਾਂਡੀ ਮਾਰਚ ਗਾਂਧੀ ਜੀ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਫੈਕਟ ਹੈ। ਸੋ ਇਸ ਦਾ ਰਾਈਟ ਆਨਸਰ ਹੈ ਨਮਕ ਸੱਤਿਆਗ੍ਰਹਿ ਦੇ ਤੌਰ 'ਤੇ ਜੋ ਹੈ ਡਾਂਡੀ ਮਾਰਚ ਜਾਣਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਜੋ ਹੈ ਕਿੱਥੇ ਹੋਈ? ਡਾਂਡੀ ਮਾਰਚ ਦੀ ਜੋ ਹੈ ਕਿੱਥੇ ਹੋਇਆ ਸੀ? ਤੇ ਗੁਜਰਾਤ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ। ਕਦੋਂ ਹੋਇਆ ਸੀ? ਤਾਂ 12 ਮਾਰਚ 1930 ਨੂੰ, ਠੀਕ ਹੈ। ਇਸ ਦੀ ਸ਼ੁਰੂਆਤ ਹੁੰਦੀ ਹੈ ਤੇ 6 ਅਪ੍ਰੈਲ 1930 ਤੱਕ ਇਹ ਚੱਲਦਾ ਹੈ, 6 ਅਪ੍ਰੈਲ 1930 ਤੱਕ, ਠੀਕ ਹੈ। ਇਹ ਡਾਂਡੀ ਮਾਰਚ ਦਾ ਜੋ ਟਾਈਮ ਸੀ, ਇਹ ਕਿਉਂ ਹੋਇਆ ਸੀ? ਡਾਂਡੀ ਮਾਰਚ ਕਿਉਂ ਕੀਤਾ ਗਿਆ ਸੀ? ਤਾਂ ਅੰਗਰੇਜ਼ ਸਰਕਾਰ ਸੀ ਜਿਸ ਨੇ ਨਮਕ ਕਰ ਦੇ ਵਿਰੋਧ ਵਿੱਚ ਜੋ ਹੈ ਸਾਰੇ ਹੀ ਜੋ ਉਹਨਾਂ ਨੇ ਆਵਾਜ਼ ਉਠਾਈ, ਤੇ ਗਾਂਧੀ ਜੀ ਨੇ ਜੋ ਮੇਨ ਇਸ ਦੇ ਵਿੱਚ ਆਗੂ ਸਨ, ਉਹਨਾਂ ਨੇ ਕੀ ਕੀਤਾ? ਨਮਕ ਕਰ ਦੇ ਵਿਰੋਧ ਦੇ ਵਿੱਚ ਡਾਂਡੀ ਮਾਰਚ ਇਹ ਸ਼ੁਰੂ ਕੀਤਾ ਸੀ। ਇਹ ਡਾਂਡੀ ਮਾਰਚ ਇੱਕ ਯਾਤਰਾ ਸੀ, ਇਹ 24 ਦਿਨਾਂ ਦੀ ਪੈਦਲ ਯਾਤਰਾ ਸੀ ਜੋ ਕਿ ਸਾਬਰਮਤੀ ਆਸ਼ਰਮ ਤੋਂ ਹੁੰਦੇ ਹੋਏ ਡਾਂਡੀ ਤੱਕ ਜੋ ਸੀ ਇਸ ਦੇ ਵਿੱਚ ਪੈਦਲ ਕੀਤੀ ਜਾਣ ਵਾਲੀ ਯਾਤਰਾ ਸੀ। ਸੋ ਤੁਸੀਂ ਇਹ ਸਾਰੇ ਹੀ ਫੈਕਟ ਨੂੰ ਜੋ ਹੈ ਧਿਆਨ ਵਿੱਚ ਰੱਖਣਾ ਹੈ। ਸੋ ਬਹੁਤ ਹੀ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚੋਂ ਤੁਹਾਨੂੰ ਘੁਮਾ ਫਿਰਾ ਕੇ ਕੁਐਸਚਨ ਜੋ ਹੈ ਪੁੱਛ ਲਿਆ ਜਾ ਸਕਦਾ ਹੈ। ਪ੍ਰੀਵੀਅਸ ਈਅਰ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟ ਇਸ ਤਰ੍ਹਾਂ ਪੁੱਛੇ ਗਏ ਹਨ। ਨੈਕਸਟ 11ਵਾਂ ਇੰਪੋਰਟੈਂਟ ਕੁਐਸਚਨ ਹੈ, ਜਲਿਆਂਵਾਲੇ ਬਾਗ ਕਤਲੇਆਮ ਨਾਲ ਕੌਣ ਨਹੀਂ ਜੁੜਿਆ ਸੀ? ਠੀਕ ਹੈ, ਆਪਸ਼ਨ ਤੁਸੀਂ ਦੇਖ ਸਕਦੇ ਹੋ। ਜਲਿਆਂਵਾਲੇ ਬਾਗ ਕਤਲੇਆਮ ਨਾਲ ਕੌਣ ਨਹੀਂ ਜੁੜਿਆ ਸੀ? ਤਾਂ ਤੁਸੀਂ ਦੇਖ ਸਕਦੇ ਹੋ ਆਪਸ਼ਨ ਜਨਰਲ ਡਾਇਰ, ਡਾਕਟਰ ਸਤਪਾਲ, ਸੈਫੂਦੀਨ ਕਿਚਲੂ ਜਾਂ ਸਰਦਾਰ ਅਜੀਤ ਸਿੰਘ। ਸੋ ਇਸ ਦਾ ਰਾਈਟ ਆਨਸਰ ਹੈ ਸਰਦਾਰ ਅਜੀਤ ਸਿੰਘ, ਜੋ ਕਿ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਨਾਲ ਨਹੀਂ ਜੁੜੇ ਸਨ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਕਾਮਾਗਾਟਾ ਮਾਰੂ ਕੀ ਸੀ? ਕਾਮਾਗਾਟਾ ਮਾਰੂ ਇੱਕ ਭਾਰਤੀ ਸਮੁੰਦਰੀ ਜਹਾਜ਼ ਸੀ, ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ, ਇੱਕ ਬ੍ਰਿਟਿਸ਼ ਸਮੁੰਦਰੀ ਜਹਾਜ਼ ਸੀ ਜਾਂ ਇੱਕ ਕੈਨੇਡੀ ਸਮੁੰਦਰੀ ਜਹਾਜ਼ ਸੀ? ਸੋ ਜੋ ਕਾਮਾਗਾਟਾ ਮਾਰੂ ਸੀ, ਇਹ ਇਸ ਦਾ ਰਾਈਟ ਆਨਸਰ ਹੈ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ, ਠੀਕ ਹੈ। ਜੋ ਕਿ ਇੱਕ ਕਾਮਾਗਾਟਾ ਮਾਰੂ ਜਾਪਾਨੀ ਸਮੁੰਦਰੀ ਜਹਾਜ਼ ਸੀ ਜੋ ਕਿ ਭਾਫ ਨਾਲ ਚੱਲਣ ਵਾਲਾ ਸੀ। ਇਹ ਹਾਂਗਕਾਂਗ ਵਿੱਚ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਸਨ ਜਿਨ੍ਹਾਂ ਨੇ ਇਹ ਜਹਾਜ਼ ਖਰੀਦਿਆ ਸੀ, ਠੀਕ ਹੈ। ਸੋ ਪੰਜਾਬ ਦੇ 351 ਲੋਕਾਂ ਨੂੰ ਇਹ 4 ਮਾਰਚ 1914 ਨੂੰ ਵੈਨਕੂਵਰ ਲਈ ਰਵਾਨਾ ਹੋਏ ਸਨ ਇਸ ਦੇ ਵਿੱਚ, ਤੇ ਕਲਕੱਤਾ ਦੇ ਬੱਜ ਜੋ ਘਾਟ ਪਹੁੰਚਿਆ ਸੀ ਇਹ 27 ਸਤੰਬਰ 1914 ਨੂੰ, ਠੀਕ ਹੈ। ਸੋ ਇਸ ਜਹਾਜ਼ ਦੇ ਨਾਲ ਰਿਲੇਟਡ ਤੁਸੀਂ ਦੇਖ ਸਕਦੇ ਹੋ, ਇਸ ਦੇ ਉੱਤੇ ਜੋ ਹੈ ਅੰਗਰੇਜ਼ਾਂ ਨੇ ਜੋ ਹਮਲਾ ਕੀਤਾ ਸੀ, ਬਾਅਦ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਸੋ ਜੇਕਰ ਇਸ ਦੀ ਗੱਲ ਕਰੀਏ ਹੈ ਕੀ ਸੀ, ਇਸ ਤਰ੍ਹਾਂ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ, ਤਾਂ ਇਹ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ, ਠੀਕ ਹੈ। ਸੋ ਇਸ ਫੈਕਟ ਨੂੰ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਕਰਦੇ ਹਾਂ, ਗਦਰ ਪਾਰਟੀ ਦੇ ਲੀਡਰ ਦੀ ਪਛਾਣ ਕਰੋ। ਗਦਰ ਪਾਰਟੀ ਦਾ ਲੀਡਰ ਜੋ ਹੈ ਤੁਸੀਂ ਦੇਖਣਾ ਹੈ ਕਿਹੜਾ ਹੈ? ਰਵਿੰਦਰਨਾਥ ਟੈਗੋਰ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਜਾਂ ਹਸਰਤ ਮੋਹਾਨੀ। ਗਦਰ ਪਾਰਟੀ ਦਾ ਲੀਡਰ ਇੰਪੋਰਟੈਂਟ ਕਿਹੜਾ ਸੀ? ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਰਤਾਰ ਸਿੰਘ ਸਰਾਭਾ, ਜੋ ਕਿ ਗਦਰ ਪਾਰਟੀ ਦਾ ਮੇਨ ਲੀਡਰ ਸੀ, ਠੀਕ ਹੈ। ਗਦਰ ਪਾਰਟੀ ਦਾ ਮੇਨ ਲੀਡਰ ਕੌਣ ਸੀ? ਕਰਤਾਰ ਸਿੰਘ ਸਰਾਭਾ। ਸੋ ਕਰਤਾਰ ਸਿੰਘ ਸਰਾਭਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਖਿਆਲੀਆ ਲੀਡਰ ਦੀ ਪਹਿਚਾਣ ਕਰੋ। ਸੋ ਤੁਸੀਂ ਦੇਖ ਸਕਦੇ ਹੋ ਆਪਸ਼ਨ ਨਰਮ ਖਿਆਲੀਆ ਲੀਡਰ ਕਿਹੜੇ ਸਨ? ਬੀਜੀ ਤਿਲਕ ਸੀ, ਵਿਪਨ ਚੰਦਰਪਾਲ ਸੀ, ਅਰਵਿੰਦ ਘੋਸ਼ ਸੀ ਜਾਂ ਦਾਦਾ ਭਾਈ ਨਾਰੋਜੀ ਸੀ। ਸੋ ਜੋ ਰਾਸ਼ਟਰੀ ਕਾਂਗਰਸ ਜੋ ਸੀ, ਦੋ ਜੋ ਹੈ ਇਸ ਦੇ ਵਿੱਚ ਬਾਅਦ ਵਿੱਚ ਜੋ ਵੰਡੇ ਗਏ ਸਨ, ਇੱਕ ਪਾਸੇ ਗਰਮ ਦਲ ਸੀ, ਇੱਕ ਪਾਸੇ ਨਰਮ ਦਲ ਸੀ। ਸੋ ਨਰਮ ਖਿਆਲੀਆ ਲੀਡਰ ਦੀ ਪਹਿਚਾਣ ਪੁੱਛੀ ਗਈ ਹੈ, ਤਾਂ ਇਸ ਦੇ ਵਿੱਚ ਜੋ ਰਾਈਟ ਆਨਸਰ ਹੈ ਉਹ ਹੈ ਦਾਦਾ ਭਾਈ ਨਾਰੋਜੀ। ਬੀਜੀ ਤਿਲਕ, ਵਿਪਨ ਚੰਦਰਪਾਲ, ਅਰਵਿੰਦ ਘੋਸ਼ ਇਹ ਸਾਰੇ ਗਰਮ ਦਲ ਦੇ ਨੇਤਾ ਸਨ, ਠੀਕ ਹੈ। ਸੋ ਜੋ ਨਰਮ ਖਿਆਲੀਆ ਸਨ ਉਹ ਸਨ ਦਾਦਾ ਭਾਈ ਨਾਰੋਜੀ, ਜਿਨ੍ਹਾਂ ਨੂੰ ਗ੍ਰੇਟ ਓਲਡ ਮੈਨ, ਗ੍ਰੈਂਡ ਓਲਡ ਮੈਨ ਵੀ ਜੋ ਹੈ ਕਿਹਾ ਜਾਂਦਾ ਹੈ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਫੈਕਟ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦਾ ਤੀਸਰਾ ਸੈਸ਼ਨ ਕਦੋਂ ਹੋਇਆ?
ਭਾਰਤੀ ਰਾਸ਼ਟਰੀ ਕਾਂਗਰਸ ਦਾ ਜੋ ਤੀਸਰਾ ਸੈਸ਼ਨ ਪੁੱਛਿਆ ਗਿਆ ਹੈ ਕਦੋਂ ਹੋਇਆ, ਕਿੱਥੇ ਹੋਇਆ। ਸੋ ਜੇਕਰ ਅਸੀਂ ਇਸ ਦੇ ਤੀਸਰੇ ਸੈਸ਼ਨ ਦੀ ਗੱਲ ਕਰੀਏ ਤਾਂ ਇਹ ਮਦਰਾਸ ਦੇ ਵਿੱਚ ਹੋਇਆ ਸੀ। ਠੀਕ ਹੈ, ਮਦਰਾਸ ਦੇ ਵਿੱਚ ਇੰਪੋਰਟੈਂਟ ਫੈਕਟ ਤੁਸੀਂ ਦੇਖ ਸਕਦੇ ਹੋ ਕਦੋਂ ਹੋਇਆ, ਕਿਵੇਂ ਹੋਇਆ, ਇਹ ਵੀ ਅਸੀਂ ਜੋ ਹੈ ਇੰਪੋਰਟੈਂਟ ਫੈਕਟ ਜਾਣਨੇ ਹਨ। ਇਸ ਦੇ ਨਾਲ ਹੀ ਅਸੀਂ ਨਾਲ ਇੰਪੋਰਟੈਂਟ ਫੈਕਟ ਕਰਦੇ ਹਾਂ ਕਿ ਜੋ ਪਹਿਲਾ ਸੈਸ਼ਨ ਹੈ ਰਾਸ਼ਟਰੀ ਕਾਂਗਰਸ ਦਾ ਉਹ ਕਦੋਂ ਹੋਇਆ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਦੋਂ ਹੋਇਆ, ਕਿੱਥੇ ਹੋਇਆ, ਤਾਂ ਇਹ ਬੰਬਈ ਦੇ ਵਿੱਚ ਹੋਇਆ ਸੀ ਜੋ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਸੀ। ਸੋ ਪੇਪਰ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਪੁੱਛੇ ਜਾ ਸਕਦੇ ਹਨ, ਪਹਿਲਾ ਸੈਸ਼ਨ ਕਦੋਂ ਹੋਇਆ। ਪਹਿਲੇ ਚਾਰ ਵਿੱਚੋਂ ਕੁਐਸਚਨ ਬਣਦੇ ਹਨ। ਪ੍ਰੀਵੀਅਸ ਈਅਰ ਕੁਐਸਚਨ ਦੇ ਵਿੱਚ ਜੋ ਪੇਪਰ ਹੋਏ ਹਨ ਉਹਨਾਂ ਦੇ ਵਿੱਚ ਵੀ ਰਿਪੀਟ ਹੋਏ ਹਨ। ਸੋ ਤੁਸੀਂ ਕਲੀਅਰ ਕਰ ਸਕਦੇ ਹੋ ਜੋ ਸੈਸ਼ਨ ਹੋਏ ਹਨ, ਪਹਿਲੇ 4 ਸੈਸ਼ਨ ਮੇਨ ਹਨ, ਤੁਸੀਂ ਦੇਖ ਸਕਦੇ ਹੋ। ਸਾਰੇ ਹੀ ਇੰਪੋਰਟੈਂਟ ਫੈਕਟ ਅਸੀਂ ਜੋ ਹੈ ਸੈਸ਼ਨ ਦੇ ਨਾਲ ਰਿਲੇਟਡ ਇੱਕ ਨੈਕਸਟ ਵੀਡੀਓ ਦੇ ਵਿੱਚ ਜੋ ਹੈ ਕਰਾਂਗੇ, ਜਿਸ ਦੇ ਵਿੱਚ ਸਾਰੇ ਹੀ ਸੈਸ਼ਨ ਅਸੀਂ ਕੰਬਾਈਨ ਕਰਾਂਗੇ। ਸੋ ਜਿਹੜੇ ਮੇਨ ਸੈਸ਼ਨ ਹਨ ਉਹ ਤੁਸੀਂ ਦੇਖ ਸਕਦੇ ਹੋ। ਫਸਟ ਸੈਸ਼ਨ ਜੋ ਹੈ ਉਹ ਬੰਬਈ ਦੇ ਵਿੱਚ ਹੋਇਆ ਸੀ, ਉਸ ਦਾ ਟਾਈਮ ਪੀਰੀਅਡ ਸੀ 1885, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਕੌਣ ਸੀ, WC ਬੈਨਰਜੀ। ਸੋ ਬਹੁਤ ਜ਼ਿਆਦਾ ਪੀਟੈਟ ਵਿੱਚ ਵੀ ਰਿਪੀਟ ਹੋਣ ਵਾਲਾ ਕੁਐਸਚਨ ਹੈ। ਫਸਟ ਸੈਸ਼ਨ ਬੰਬਈ ਦੇ ਵਿੱਚ 1885 ਵਿੱਚ ਹੋਇਆ ਸੀ, ਉਹ ਉਮੇਸ਼ ਚੰਦਰ ਬੈਨਰਜੀ ਨੇ ਇਸ ਦੀ ਅਧਿਕਸ਼ਤਾ ਕੀਤੀ ਸੀ। ਠੀਕ ਹੈ, ਜੇਕਰ ਫਾਰਮੇਸ਼ਨ ਦੀ ਗੱਲ ਕਰੀਏ ਜੋ ਨੈਸ਼ਨਲ ਕਾਂਗਰਸ ਸੀ, ਇੰਡੀਅਨ ਨੈਸ਼ਨਲ ਕਾਂਗਰਸ, ਉਸ ਦਾ ਟਾਈਮ ਵੀ ਕਦੋਂ ਸੀ, 1885 ਈਸਵੀ ਦਾ। ਸੈਕਿੰਡ ਸੈਸ਼ਨ ਜੋ ਹੋਇਆ ਹੈ ਉਹ ਕਲਕੱਤਾ ਦੇ ਵਿੱਚ ਹੋਇਆ ਹੈ 1886 ਈਸਵੀ ਦੇ ਵਿੱਚ। ਇਸ ਦੇ ਵਿੱਚ ਜੇਕਰ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਦਾਦਾ ਭਾਈ ਨੌਰੋਜੀ ਜੋ ਸਨ ਉਹ ਪ੍ਰੈਜ਼ੀਡੈਂਟ ਸਨ। ਥਰਡ ਸੈਸ਼ਨ ਜੋ ਹੋਇਆ ਹੈ ਉਹ ਹੋਇਆ ਹੈ ਮਦਰਾਸ ਦੇ ਵਿੱਚ, ਜਿਵੇਂ ਅਸੀਂ ਕਰ ਚੁੱਕੇ ਹਾਂ ਕੁਐਸਚਨ। ਤੇ ਕਿੱਥੇ ਹੋਇਆ ਹੈ, ਕਦੋਂ ਹੋਇਆ ਹੈ, ਤੁਸੀਂ ਯਾਦ ਰੱਖਣਾ ਹੈ। ਥਰਡ ਸੈਸ਼ਨ ਮਦਰਾਸ ਦੇ ਵਿੱਚ 1887 ਈਸਵੀ ਦੇ ਵਿੱਚ ਹੋਇਆ ਹੈ, ਜਿਸ ਦੇ ਵਿੱਚ ਸੈਯਦ ਬਦਰੁਦੀਨ ਤਯਜ਼ਬੀ ਜੋ ਕਿ ਫਸਟ ਮੁਸਲਿਮ ਪ੍ਰੈਜ਼ੀਡੈਂਟ ਬਣੇ ਸਨ, ਉਹਨਾਂ ਨੇ ਇਸ ਦੀ ਜੋ ਹੈ ਅਧਿਕਸ਼ਤਾ ਕੀਤੀ ਸੀ। ਪ੍ਰੈਜ਼ੀਡੈਂਟ ਮੇਨ ਸਨ। ਠੀਕ ਹੈ, ਸੋ ਨੈਕਸਟ ਫੋਰਥ ਜੋ ਸੈਸ਼ਨ ਹੈ ਉਹ ਵੀ ਤੁਸੀਂ ਯਾਦ ਰੱਖਣਾ ਹੈ, ਇਲਾਹਾਬਾਦ ਦੇ ਵਿੱਚ ਹੋਇਆ ਸੀ 1888 ਈਸਵੀ ਦਾ ਇਸ ਦਾ ਟਾਈਮ ਪੀਰੀਅਡ ਹੈ। ਤੇ ਇਸ ਦੇ ਵਿੱਚ ਪ੍ਰੈਜ਼ੀਡੈਂਟ ਜੋ ਸਨ ਜਾਰਜ ਜੂਲੇ ਸਨ ਤੇ ਇਹ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਸਨ। ਠੀਕ ਹੈ, ਸੋ ਇਸ ਦੇ ਨਾਲ ਰਿਲੇਟਡ ਸਾਰੇ ਹੀ ਇੰਪੋਰਟੈਂਟ ਫੈਕਟ ਕਵਰ ਹੁੰਦੇ ਹਨ। ਤੁਹਾਨੂੰ ਇਵੇਂ ਵੀ ਪੁੱਛਿਆ ਜਾ ਸਕਦਾ ਹੈ ਕਿ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਕੌਣ ਹੋਏ ਸਨ, ਤਾਂ ਜਾਰਜ ਯੂਲੇ ਜੋ ਸਨ ਉਹ ਸਨ। ਮੁਸਲਿਮ ਪ੍ਰੈਜ਼ੀਡੈਂਟ ਪੁੱਛਿਆ ਜਾਵੇ ਤਾਂ ਸੈਯਦ ਬਦਰੁਦੀਨ ਤਯਜ਼ਬੀ ਸਨ। ਸੋ ਜੇਕਰ ਤੁਹਾਨੂੰ ਇਹਨਾਂ ਚਾਰਾਂ ਸੈਸ਼ਨ ਦੇ ਵਿੱਚੋਂ ਕਿਸੇ ਦਾ ਸਮਾਂ ਪੁੱਛਿਆ ਜਾਵੇ, ਕੋਈ ਵੀ ਸਥਾਨ ਪੁੱਛਿਆ ਜਾਵੇ ਤਾਂ ਉਹ ਵੀ ਤੁਸੀਂ ਯਾਦ ਰੱਖਣੇ ਹਨ। ਸੋ ਤੁਸੀਂ ਇਸ ਦਾ ਇੱਕ ਸਕਰੀਨਸ਼ਾਟ ਜੋ ਹੈ ਉਹ ਲੈ ਕੇ ਰੱਖ ਸਕਦੇ ਹੋ, ਤਾਂ ਜੋ ਤੁਸੀਂ ਇਹਨਾਂ ਚਾਰਾਂ ਸੈਸ਼ਨ ਦੇ ਵਿੱਚੋਂ ਕੋਈ ਵੀ ਪੇਪਰ ਦੇ ਵਿੱਚ ਕੁਐਸਚਨ ਬਣੇ ਤਾਂ ਤੁਹਾਨੂੰ ਇਸ ਦੇ ਨਾਲ ਰਿਲੇਟਡ ਕੋਈ ਵੀ ਕਨਫਿਊਜ਼ਨ ਜੋ ਹੈ ਉਹ ਨਾ ਹੋਵੇ। ਨੈਕਸਟ ਇੰਪੋਰਟੈਂਟ ਕੁਐਸਚਨ ਕਰਦੇ ਹਾਂ, ਮੇਰਠ ਦੀ ਬਗਾਵਤ ਹੋਈ ਸੀ। ਮੇਰਠ ਦੀ ਬਗਾਵਤ ਪੁੱਛੀ ਗਈ ਹੈ, ਕਦੋਂ ਹੋਈ ਸੀ। ਟਾਈਮ ਪੀਰੀਅਡ ਤੁਹਾਨੂੰ ਜੋ ਹੈ ਆਪਸ਼ਨ ਦੇ ਵਿੱਚ ਦਿੱਤਾ ਗਿਆ ਹੈ 10 ਮਈ 1857, 8 ਮਈ 1856, 12 ਮਈ 1857 ਜਾਂ 13 ਮਈ 1857। ਸੋ ਮੇਰਠ ਦੀ ਬਗਾਵਤ ਜੋ ਹੈ ਉਹ ਕਦੋਂ ਹੋਈ ਸੀ। ਇਸ ਦਾ ਰਾਈਟ ਆਨਸਰ ਹੈ 10 ਮਈ 1857 ਨੂੰ। ਜੋ ਚਰਬੀ ਵਾਲੇ ਕਾਰਤੂਸਾਂ ਦਾ ਪ੍ਰਯੋਗ ਹੋਇਆ ਸੀ ਉਸ ਦੇ ਵਿੱਚ ਜੋ ਹੈ ਵਿਰੋਧ ਦੇ ਵਿੱਚ ਜੋ ਹੈ ਉਹਨਾਂ ਕਾਰਨ 10 ਮਈ 1857 ਈਸਵੀ ਨੂੰ ਜੋ ਹੈ ਮੇਰਠ ਦੀ ਬਗਾਵਤ ਹੋਈ ਸੀ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਮੰਗਲ ਪਾਂਡੇ ਨੇ ਕਦੋਂ ਵਿਦਰੋਹ ਸ਼ੁਰੂ ਕੀਤਾ, ਕਿੱਥੇ ਵਿਦਰੋਹ ਸ਼ੁਰੂ ਕੀਤਾ। ਮੇਰਠ ਦੀ ਬਗਾਵਤ ਤੁਸੀਂ ਦੇਖ ਸਕਦੇ ਹੋ 10 ਮਈ 1857 ਤੇ ਮੰਗਲ ਪਾਂਡੇ ਨੇ ਵਿਦਰੋਹ ਸ਼ੁਰੂ ਕਿੱਥੇ ਕੀਤਾ ਸੀ, ਤਾਂ ਮੰਗਲ ਪਾਂਡੇ ਨੇ ਜੋ ਹੈ ਜੋ ਵਿਦਰੋਹ ਸ਼ੁਰੂ ਕੀਤਾ ਸੀ ਉਹ ਕੀਤਾ ਸੀ ਬੈਰਕਪੁਰ ਛਾਉਣੀ ਤੋਂ। ਠੀਕ ਹੈ, ਬੈਰਕਪੁਰ ਛਾਉਣੀ ਤੋਂ ਕੀਤਾ ਸੀ। 28-29 ਮਾਰਚ ਦਾ ਟਾਈਮ ਸੀ ਜਦੋਂ ਇਹ ਬਗਾਵਤ ਜੋ ਸੀ, ਵਿਦਰੋਹ ਜੋ ਸੀ ਉਹ ਸ਼ੁਰੂ ਕੀਤਾ ਗਿਆ ਸੀ ਮੰਗਲ ਪਾਂਡੇ ਦੁਆਰਾ। ਠੀਕ ਹੈ, ਸੋ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖ ਸਕਦੇ ਹੋ। ਇਹ ਸਾਰੇ ਹੀ ਜੋ ਕੁਐਸਚਨ ਇਸ ਤਰ੍ਹਾਂ ਦੇ ਐਗਜ਼ਾਮ ਰੈਲੇਵੈਂਟ ਪੁੱਛੇ ਜਾ ਸਕਦੇ ਹਨ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਭਾਰਤ ਵਿੱਚ ਸਥਾਈ ਵਿਵਸਥਾ ਕਦੋਂ ਸ਼ੁਰੂ ਹੋਈ। ਜੋ ਭਾਰਤ ਵਿੱਚ ਸਥਾਈ ਬੰਦੋਬਸਤ ਜਾਂ ਵਿਵਸਥਾ ਸੀ ਉਹ ਕਦੋਂ ਸ਼ੁਰੂ ਹੋਈ ਸੀ, ਤਾਂ ਆਪਸ਼ਨ ਤੁਸੀਂ ਦੇਖ ਸਕਦੇ ਹੋ 1757, 93, 64 ਜਾਂ 1753 ਦੇ ਵਿੱਚ। ਸੋ ਇਸ ਦਾ ਜੋ ਰਾਈਟ ਆਨਸਰ ਹੈ 1793 ਈਸਵੀ ਦੇ ਵਿੱਚ ਲਾਰਡ ਕਾਰਨਵਾਲਿਸ ਨੇ ਜੋ ਹੈ ਸਥਾਈ ਬੰਦੋਬਸਤ ਨੂੰ ਜੋ ਹੈ ਉਹ ਲਾਗੂ ਕੀਤਾ ਸੀ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਕਿਸ ਖੇਤਰ ਨੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਜੋ ਹੈ ਉਹ ਅਨੁਭਵ ਕੀਤੀ ਸੀ। ਆਪਸ਼ਨ ਤੁਸੀਂ ਦੇਖ ਸਕਦੇ ਹੋ ਬੰਗਾਲ, ਪੰਜਾਬ, ਅਸਾਮ ਜਾਂ ਰਾਜਸਥਾਨ। ਕਿਹੜਾ ਖੇਤਰ ਸੀ ਜਿਸ ਨੇ ਦੋਹਰੀ ਪ੍ਰਣਾਲੀ ਨੂੰ ਅਨੁਭਵ ਕੀਤਾ, ਤੇ ਇਸ ਦੇ ਵਿੱਚ ਰਾਈਟ ਆਨਸਰ ਹੋਏਗਾ ਬੰਗਾਲ। ਬੰਗਾਲ ਜੋ ਸੀ ਜਦੋਂ ਪਲਾਸੀ ਤੇ ਬਕਸਰ ਯੁੱਧਾਂ ਤੋਂ ਬਾਅਦ ਦੋਹਰੀ ਸ਼ਾਸਨ ਪ੍ਰਣਾਲੀ ਜੋ ਹੈ ਉਹ ਅਨੁਭਵ ਕੀਤੀ ਗਈ ਸੀ। ਬੰਗਾਲ ਦੇ ਨਾਲ ਜੋ ਬਿਹਾਰ ਤੇ ਉੜੀਸਾ ਜੋ ਸੀ ਇਸ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਨੂੰ ਅਨੁਭਵ ਕੀਤਾ ਗਿਆ ਸੀ। ਨੈਕਸਟ ਇੰਪੋਰਟੈਂਟ ਕੁਐਸਚਨ ਹੈ,
ਪਲਾਸੀ ਦੇ ਯੁੱਧ ਦੇ ਨਾਲ ਸੰਬੰਧਿਤ ਨਹੀਂ ਸੀ। ਫਰੈਂਡਸ ਤੁਸੀਂ ਸਾਰੇ ਹੀ ਕੁਐਸਚਨ ਇਸ ਨੂੰ ਖੁਦ ਅਟੈਂਪ ਕਰਦੇ ਜਾਣਾ ਹੈ, ਦੇਖਦੇ ਜਾਣਾ ਹੈ ਤੇ ਲਾਸਟ ਦੇ ਵਿੱਚ ਕਮੈਂਟ ਵਿੱਚ ਤੁਸੀਂ ਦੱਸਣਾ ਹੈ ਤੁਹਾਡੇ ਇਸ ਦੇ ਵਿੱਚੋਂ ਕਿੰਨੇ ਆਨਸਰ ਜੋ ਹਨ ਉਹ ਸਹੀ ਹੁੰਦੇ ਹਨ, ਕਿੰਨੇ ਮਾਰਕਸ ਤੁਸੀਂ ਗੇਨ ਕਰਦੇ ਹੋ। ਸੋ ਦੇਖ ਸਕਦੇ ਹੋ ਆਪਸ਼ਨ ਇਸ ਦੇ ਨਾਲ ਹੀ ਪਲਾਸੀ ਦੇ ਯੁੱਧ ਦੇ ਨਾਲ ਕੌਣ ਸੰਬੰਧਿਤ ਨਹੀਂ ਸੀ, ਮੀਰ ਜਾਫਰ, ਮੋਹਨ ਲਾਲ, ਹੈਦਰ ਅਲੀ ਜਾਂ ਮੀਰ ਮਦਨ। ਪਲਾਸੀ ਦੇ ਯੁੱਧ ਦੇ ਨਾਲ ਕੌਣ ਸੰਬੰਧਿਤ ਨਹੀਂ ਸੀ। ਸੋ ਇਸ ਦਾ ਰਾਈਟ ਆਂਸਰ ਜੋ ਹੋਏਗਾ ਹੈਦਰ ਅਲੀ, ਕਿਉਂਕਿ ਹੈਦਰ ਅਲੀ ਮੈਸੂਰ ਦੇ ਨਾਲ ਜੋ ਸੀ ਸੰਬੰਧਿਤ ਸੀ। ਸੋ ਪਲਾਸੀ ਦੇ ਯੁੱਧ ਦੇ ਨਾਲ ਇਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਵਾਸਕੋ ਡੀ ਗਾਮਾ ਕਾਲੀਕਟ ਪਹੁੰਚਿਆ। ਟਾਈਮ ਤੁਹਾਨੂੰ ਆਪਸ਼ਨ ਦਿੱਤੇ ਗਏ ਹਨ। ਵਾਸਕੋ ਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ? 1492 ਦੇ ਵਿੱਚ, 98 ਦੇ ਵਿੱਚ, 1496 ਵਿੱਚ ਜਾਂ 1490 ਦੇ ਵਿੱਚ। ਸੋ ਇਸ ਦਾ ਰਾਈਟ ਆਂਸਰ ਕੀ ਹੋਏਗਾ ਜਦੋਂ ਜੋ ਹੈ ਵਾਸਕੋ ਡੀ ਗਾਮਾ ਕਾਲੀਕਟ ਪਹੁੰਚਿਆ ਸੀ? ਸੋ ਇਸ ਦਾ ਰਾਈਟ ਆਂਸਰ ਹੋਏਗਾ 1498 ਦੇ ਵਿੱਚ, 27 ਮਈ 1498 ਦੇ ਵਿੱਚ ਜੋ ਸੀ ਵਾਸਕੋ ਡੀ ਗਾਮਾ ਕਾਲੀਕਟ ਬੰਦਰਗਾਹ ਪਹੁੰਚਿਆ ਸੀ। ਠੀਕ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਹੈਦਰ ਅਲੀ ਨੇ ਇਸ ਖੇਤਰ ਵਿੱਚ ਪ੍ਰਭੂਸੱਤਾ ਹਾਸਲ ਕੀਤੀ ਜਾਂ ਕਾਇਮ ਕੀਤੀ। ਤੁਹਾਨੂੰ ਜੋ ਹੈ ਖੇਤਰ ਦਿੱਤੇ ਗਏ ਹਨ ਬੰਗਾਲ, ਦਿੱਲੀ, ਮੈਸੂਰ ਜਾਂ ਅਹਿਮਦਾਬਾਦ। ਕਿਹੜਾ ਖੇਤਰ ਸੀ ਜਿਸ ਦੇ ਵਿੱਚ ਹੈਦਰ ਅਲੀ ਨੇ ਪ੍ਰਭੂਸੱਤਾ ਕਾਇਮ ਕੀਤੀ ਜਾਂ ਹਾਸਲ ਕੀਤੀ? ਸੋ ਇਸ ਦਾ ਰਾਈਟ ਆਂਸਰ ਜੇਕਰ ਦੇਖਿਆ ਜਾਵੇ ਤਾਂ ਇਸ ਦਾ ਰਾਈਟ ਆਂਸਰ ਹੈ ਮੈਸੂਰ। ਮੈਸੂਰ ਦੇ ਵਿੱਚ ਹੈਦਰ ਅਲੀ ਨੇ ਜੋ ਹੈ ਆਪਣੀ ਪ੍ਰਭੂਸੱਤਾ ਕਾਇਮ ਕੀਤੀ ਜਾਂ ਹਾਸਲ ਕੀਤੀ ਤਾਂ 1761 ਈਸਵੀ ਦਾ ਉਹ ਸਮਾਂ ਸੀ ਜਦੋਂ ਹੈਦਰ ਅਲੀ ਨੇ ਅਸਲੀ ਸੁਲਤਾਨ ਜੋ ਘੋਸ਼ਿਤ ਕਰ ਦਿੱਤਾ ਸੀ ਮੈਸੂਰ ਦਾ ਆਪਣੇ ਆਪ ਨੂੰ 1761 ਈਸਵੀ ਦੇ ਵਿੱਚ। ਠੀਕ ਹੈ। ਇਹ ਵੀ ਟਾਈਮ ਪੀਰੀਅਡ ਤੁਸੀਂ ਯਾਦ ਰੱਖਣਾ ਹੈ। ਇਸ ਤਰ੍ਹਾਂ ਵੀ ਕੁਐਸਚਨ ਜੋ ਹੈ ਐਗਜ਼ਾਮ ਰੈਲੇਵੈਂਟ ਪੇਪਰ ਦੇ ਵਿੱਚ ਅਟੈਂਪ ਜੋ ਹੋ ਸਕਦਾ ਹੈ, ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ ਅਬੁਲ ਫਜ਼ਲ ਇਸ ਦੇ ਦਰਬਾਰ ਵਿੱਚ ਸੀ। ਸੋ ਤੁਹਾਨੂੰ ਇਸ ਦੇ ਵਿੱਚ ਨਾਮ ਦਿੱਤੇ ਗਏ ਹਨ। ਅਬੁਲ ਫਜ਼ਲ ਜੋ ਦਰਬਾਰ ਦੇ ਵਿੱਚ ਕਿਸ ਦੇ ਵਿੱਚ ਸ਼ਾਮਿਲ ਸੀ? ਬਾਬਰ ਦੇ, ਅਕਬਰ ਦੇ, ਸ਼ਾਹਜਹਾਂ ਦੇ ਜਾਂ ਸ਼ੇਰਸ਼ਾਹ ਸੂਰੀ ਦੇ। ਸੋ ਅਬੁਲ ਫਜ਼ਲ ਕੌਣ ਸੀ? ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿਸ ਦੇ ਦਰਬਾਰ ਵਿੱਚ ਸੀ। ਸੋ ਇਸ ਦਾ ਰਾਈਟ ਆਂਸਰ ਹੈ ਅਕਬਰ ਦੇ ਦਰਬਾਰ ਵਿੱਚ। ਅਬੁਲ ਫਜ਼ਲ ਜੋ ਸੀ ਅਕਬਰ ਦੇ ਦਰਬਾਰ ਵਿੱਚ 9 ਰਤਨਾਂ ਦੇ ਵਿੱਚੋਂ ਇੱਕ ਸੀ। ਇਸ ਦੇ ਦੁਆਰਾ ਅਬੁਲ ਫਜ਼ਲ ਦੁਆਰਾ ਜੋ ਇੰਪੋਰਟੈਂਟ ਪੇਪਰ ਵਿੱਚ PSTET ਜਾਂ ਮਾਸਟਰ ਕਾਰਡ ਦੇ ਵਿੱਚ ਪੁੱਛ ਲਿਆ ਜਾਣ ਵਾਲਾ ਕੁਐਸਚਨ ਹੈ, ਇਸ ਦੇ ਵਿੱਚ ਇਸ ਦੀਆਂ ਕਿਤਾਬਾਂ ਜੋ ਬੁੱਕਸ ਹਨ ਉਹ ਪੁੱਛ ਲਈਆਂ ਜਾਂਦੀਆਂ ਹਨ। ਸੋ ਅਬੁਲ ਫਜ਼ਲ ਦੇ ਦੁਆਰਾ ਅਕਬਰਨਾਮਾ ਤੇ ਆਈਨ ਅਕਬਰੀ ਬਹੁਤ ਇੰਪੋਰਟੈਂਟ ਜੋ ਬੁੱਕਸ ਜੋ ਸਨ ਉਹ ਲਿਖੀਆਂ ਗਈਆਂ ਸਨ। ਅਕਬਰਨਾਮਾ ਤੇ ਆਈਨ ਅਕਬਰੀ। ਤੇ ਅਕਬਰ ਦੇ ਦਰਬਾਰ ਦਾ ਜੋ ਸੀ 9 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਔਰੰਗਜ਼ੇਬ ਮਰਿਆ ਸੀ। ਤੁਸੀਂ ਟਾਈਮ ਜੋ ਹੈ ਦੇਖ ਸਕਦੇ ਹੋ। ਔਰੰਗਜ਼ੇਬ ਦੇ ਜੋ ਹੈ ਮੌਤ ਦਾ ਟਾਈਮ ਪੁੱਛਿਆ ਗਿਆ ਹੈ 1705, 1707, 1710 ਜਾਂ 1704। ਸੋ ਔਰੰਗਜ਼ੇਬ ਦੀ ਡੈਥ ਕਦੋਂ ਹੋਈ ਸੀ ਤੁਸੀਂ ਦੇਖ ਸਕਦੇ ਹੋ। ਇਸ ਦਾ ਰਾਈਟ ਆਂਸਰ ਹੋਏਗਾ 1707 ਨੂੰ। ਠੀਕ ਹੈ। 3 ਮਾਰਚ 1707 ਨੂੰ ਜੋ ਹੈ ਔਰੰਗਜ਼ੇਬ ਦੀ ਡੈਥ ਹੋਈ ਸੀ। ਇਸ ਦੇ ਨਾਲ ਰਿਲੇਟਡ ਪੁੱਛਿਆ ਜਾ ਸਕਦਾ ਹੈ ਕਿੱਥੇ ਹੋਈ ਸੀ ਤਾਂ ਭਿੰਗਰ ਅਹਿਮਦਾਬਾਦ ਦੇ ਵਿੱਚ ਔਰੰਗਜ਼ੇਬ ਦੀ ਡੈਥ ਹੋਈ ਸੀ। ਇਸ ਦਾ ਜੇਕਰ ਤੁਹਾਨੂੰ ਮਕਬਰਾ ਪੁੱਛਿਆ ਜਾਵੇ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਇਹ ਵੀ ਪੁੱਛ ਲਿਆ ਜਾਂਦਾ ਹੈ ਔਰੰਗਜ਼ੇਬ ਦਾ ਮਕਬਰਾ ਕਿੱਥੇ ਹੈ ਤੇ ਕਿਸ ਨੇ ਬਣਵਾਇਆ ਹੈ। ਜੋ ਔਰੰਗਜ਼ੇਬ ਦਾ ਮਕਬਰਾ ਹੈ ਉਹ ਖੁਲਦਾਬਾਦ ਦੇ ਵਿੱਚ ਹੈ ਤੇ ਬਹਾਦਰ ਸ਼ਾਹ ਜ਼ਫਰ ਦੇ ਦੁਆਰਾ ਬਣਾਇਆ ਗਿਆ ਹੈ। ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖ ਸਕਦੇ ਹੋ, ਖੁਲਦਾਬਾਦ ਦੇ ਵਿੱਚ ਹੈ ਤੇ ਬਹਾਦਰ ਸ਼ਾਹ ਜ਼ਫਰ ਦੇ ਦੁਆਰਾ ਜੋ ਹੈ ਔਰੰਗਜ਼ੇਬ ਦਾ ਮਕਬਰਾ ਖੁਲਦਾਬਾਦ ਦੇ ਵਿੱਚ ਬਣਾਇਆ ਗਿਆ ਸੀ। ਮੁਗਲ ਰਾਜ ਦਾ ਔਰੰਗਜ਼ੇਬ ਜੋ ਸੀ ਆਖਰੀ ਮਹਾਨ ਸ਼ਾਸਕ ਸੀ। ਔਰੰਗਜ਼ੇਬ ਤੋਂ ਬਾਅਦ ਕੀ ਹੁੰਦਾ ਹੈ, ਜੋ ਮੁਗਲ ਸਾਮਰਾਜ ਹੈ ਉਹ ਪਤਨ ਦੇ ਵੱਲ ਵੱਧ ਜਾਂਦਾ ਹੈ। ਠੀਕ ਹੈ। ਉਸ ਦਾ ਪਤਨ ਜੋ ਹੈ ਉਹ ਕਰੀਬ ਆ ਜਾਂਦਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਅਸੀਂ ਨੈਕਸਟ ਕਰਦੇ ਹਾਂ, ਬਹੁਤ ਹੀ ਇੰਪੋਰਟੈਂਟ। ਵਿਲੀਅਮ ਕੈਸਰ ਦੂਜਾ ਕਿਸ ਦੇਸ਼ ਨਾਲ ਸੰਬੰਧਿਤ ਸੀ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਵਿਲੀਅਮ ਕੈਸਰ ਦੂਜਾ ਕਿਸ ਦੇਸ਼ ਦੇ ਨਾਲ ਜੋ ਸੀ ਉਹ ਸੰਬੰਧਿਤ ਸੀ? ਸੋ ਇਸ ਦਾ ਰਾਈਟ ਆਂਸਰ ਹੋਏਗਾ ਜਰਮਨੀ ਦੇ ਨਾਲ। ਠੀਕ ਹੈ। ਜਰਮਨੀ ਦੇਸ਼ ਦੇ ਨਾਲ ਇਸ ਦਾ ਸੰਬੰਧ ਸੀ ਵਿਲੀਅਮ ਕੈਸਰ ਦਾ, ਜੋ ਕਿ ਜਰਮਨੀ ਦਾ ਅੰਤਿਮ ਸਮਰਾਟ ਵੀ ਸੀ। ਠੀਕ ਹੈ। ਅੰਤਿਮ ਸਮਰਾਟ ਸੀ ਵਿਲੀਅਮ ਕੈਸਰ ਜਰਮਨੀ ਦਾ। ਜੋ ਪ੍ਰਸ਼ੀਆ ਦਾ ਇਹ ਕਿੰਗ ਰਿਹਾ ਹੈ, ਟਾਈਮ ਇਸ ਦਾ ਰਿਹਾ ਹੈ ਪ੍ਰਸ਼ੀਆ ਕਿੰਗ ਦਾ 1888 ਤੋਂ ਲੈ ਕੇ 1918 ਈਸਵੀ ਤੱਕ ਦਾ। ਠੀਕ ਹੈ। ਸੋ ਪ੍ਰਸ਼ੀਆ ਦਾ ਕਿੰਗ ਰਿਹਾ ਹੈ 1888 ਤੋਂ 1918 ਤੱਕ ਦਾ ਤੇ ਜਰਮਨੀ ਦਾ ਅੰਤਿਮ ਸਮਰਾਟ ਰਿਹਾ ਹੈ। ਇਸ ਕਰਕੇ ਇਸ ਦਾ ਸੰਬੰਧ ਕਿਸ ਦੇਸ਼ ਨਾਲ ਹੈ? ਜਰਮਨੀ ਦੇ ਨਾਲ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਕਲਕੱਤਾ, ਮਦਰਾਸ, ਬੰਬਈ ਯੂਨੀਵਰਸਿਟੀਆਂ ਕਦੋਂ ਸਥਾਪਿਤ ਕੀਤੀਆਂ ਗਈਆਂ? ਆਪਸ਼ਨ ਤੁਸੀਂ ਦੇਖ ਸਕਦੇ ਹੋ 1856, 1857, 58 ਜਾਂ 59।
ਕਲਕੱਤਾ, ਮਦਰਾਸ, ਬੰਬਈ ਯੂਨੀਵਰਸਿਟੀਆਂ ਕਦੋਂ ਸਥਾਪਿਤ ਕੀਤੀਆਂ ਗਈਆਂ? ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 1857 ਦੇ ਵਿੱਚ। ਕਲਕੱਤਾ, ਮਦਰਾਸ, ਬੰਬਈ ਯੂਨੀਵਰਸਿਟੀਆਂ 1857 ਈਸਵੀ ਦੇ ਵਿੱਚ ਜੋ ਸੀ ਸਥਾਪਿਤ ਕੀਤੀਆਂ ਗਈਆਂ ਸੀ। ਤੇ ਉਸ ਸਮੇਂ ਪੁੱਛਿਆ ਜਾ ਸਕਦਾ ਹੈ ਕਿ ਕਾਰਜਕਾਲ ਕਿਸ ਦਾ ਸੀ? ਜਦੋਂ ਕਲਕੱਤਾ, ਮਦਰਾਸ, ਬੰਬਈ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ ਤਾਂ ਉਸ ਸਮੇਂ ਕਾਰਜਕਾਲ ਕਿਸ ਦਾ ਸੀ? ਤਾਂ ਤੁਸੀਂ ਯਾਦ ਰੱਖਣਾ ਹੈ ਉਸ ਸਮੇਂ ਕੈਨਿੰਗ ਦਾ ਕਾਰਜਕਾਲ ਸੀ, ਲਾਰਡ ਕੈਨਿੰਗ ਦਾ ਸੀ, ਜਿਸ ਦੇ ਸਮੇਂ ਜੋ ਸੀ ਦੰਡ ਸਹਿਤਾ ਕਾਨੂੰਨ ਬਣੇ ਸਨ। ਦੰਡ ਸਹਿਤਾ ਨਾਂ ਦਾ ਜੋ ਕਾਨੂੰਨ ਪੁੱਛਿਆ ਜਾ ਸਕਦਾ ਹੈ ਕਿਸ ਸਮੇਂ ਬਣਿਆ, ਕਾਰਜਕਾਲ ਕਿਸ ਦਾ ਸੀ? ਤਾਂ ਉਹ ਲਾਰਡ ਕੈਨਿੰਗ ਦਾ ਸੀ। ਠੀਕ ਹੈ, ਸੋ ਇਸ ਦੇ ਨਾਲ ਤੁਸੀਂ ਇੰਪੋਰਟੈਂਟ ਫੈਕਟ ਇਹ ਵੀ ਯਾਦ ਰੱਖਣਾ ਹੈ ਕਿ 26 ਜੁਲਾਈ 1856 ਨੂੰ ਨੋਟ ਕਰ ਸਕਦੇ ਹੋ, 26 ਜੁਲਾਈ 1856 ਈਸਵੀ ਨੂੰ ਕੈਨਿੰਗ ਨੇ ਅਨੁਛੇਦ ਆਰਟੀਕਲ ਜੋ 15 ਹੈ, ਅਨੁਛੇਦ 15 ਦੁਆਰਾ ਵਿਧਵਾ ਵਿਆਹ ਪੁਨਰ ਵਿਵਾਹ ਜੋ ਹੈ ਉਹਨੂੰ ਲਾਗੂ ਕੀਤਾ ਸੀ। ਸੋ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਿਧਵਾ ਪੁਨਰ ਵਿਆਹ ਜੋ ਹੈ ਉਹ ਕਦੋਂ ਲਾਗੂ ਕੀਤਾ ਗਿਆ? ਤਾਂ 26 ਜੁਲਾਈ 1856 ਨੂੰ ਕੈਨਿੰਗ ਨੇ ਅਨੁਛੇਦ 15 ਦੁਆਰਾ ਜੋ ਸੀ ਇਸ ਨੂੰ ਲਾਗੂ ਕੀਤਾ ਸੀ। ਇਹ ਵੀ ਇੰਪੋਰਟੈਂਟ ਫੈਕਟ ਲਾਰਡ ਕੈਨਿੰਗ ਦੇ ਨਾਲ ਜੋ ਹੈ ਸੰਬੰਧਿਤ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਮੋਨਾਲੀਸਾ ਰਚਨਾ ਹੈ। ਵੈਰੀ ਇੰਪੋਰਟੈਂਟ ਕੁਐਸਚਨ ਐਂਡ ਰਿਪੀਟ ਹੋਇਆ ਕੁਐਸਚਨ ਹੈ ਮਾਸਟਰ ਕਾਰਡ ਦੇ ਵਿੱਚ। ਜੋ ਮੋਨਾਲੀਸਾ ਹੈ ਉਹ ਰਚਨਾ ਹੈ, ਕੀ ਹੈ ਇਹ? ਠੀਕ ਹੈ, ਇੱਕ ਬਹੁਤ ਵਧੀਆ ਚਿੱਤਰਕਾਰ ਜੋ ਦੀ ਰਚਨਾ ਹੈ ਮੋਨਾਲੀਸਾ ਕਿਸ ਦੀ ਹੈ? ਤਾਂ ਇਹ ਹੈ ਲਿਨਾਰਡੋ ਦਾ ਵਿੰਸੀ ਦੀ। ਠੀਕ ਹੈ, ਲਿਨਾਰਡੋ ਦਾ ਵਿੰਸੀ। ਬਹੁਤ ਹੀ ਇੰਪੋਰਟੈਂਟ ਕੁਐਸਚਨ ਪੁੱਛ ਲਿਆ ਜਾਂਦਾ ਹੈ। ਦੀ ਵਿੰਸੀ ਦੀ ਇਹ ਰਚਨਾ ਹੈ। ਬਹੁਤ ਹੀ ਇੰਪੋਰਟੈਂਟ ਜੋ ਕੁਐਸਚਨ ਪੁੱਛ ਲਿਆ ਜਾਂਦਾ ਹੈ ਇਹ ਕਿ ਇੱਕ ਬਹੁਤ ਵਧੀਆ ਚਿੱਤਰਕਾਰ ਦੀ ਰਚਨਾ ਹੈ, ਨਾਮ ਕੀ ਹੈ? ਮੋਨਾਲੀਸਾ। ਠੀਕ ਹੈ, ਲਿਨਾਰਡੋ ਦਾ ਵਿੰਸੀ। ਸੋ ਨੈਕਸਟ ਕੁਐਸਚਨ ਕਰਦੇ ਹਾਂ, ਵੰਡ ਤੋਂ ਪਹਿਲਾਂ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ ਜਾਂ ਮੁੱਖ ਮੰਤਰੀ ਕੌਣ ਸੀ? ਠੀਕ ਹੈ, ਵੰਡ ਤੋਂ ਪਹਿਲਾਂ ਦਾ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ, ਮੁੱਖ ਮੰਤਰੀ ਕੌਣ ਸੀ? ਤੁਸੀਂ ਜੋ ਹੈ ਯਾਦ ਰੱਖਣਾ ਹੈ। ਤਾਂ ਤੁਹਾਨੂੰ ਆਪਸ਼ਨ ਦਿੱਤੇ ਗਏ ਹਨ ਇੱਥੇ, ਖਿਜਰ ਹਯਾਤ ਖਾਨ, ਸਿਕੰਦਰ ਹਯਾਤ ਖਾਨ, ਲਿਆਕਤ ਅਲੀ ਖਾਨ ਜਾਂ ਕੋਈ ਵੀ ਨਹੀਂ। ਠੀਕ ਹੈ, ਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਤੁਹਾਡੇ ਮੁਤਾਬਿਕ? ਤੁਸੀਂ ਦੇਖ ਸਕਦੇ ਹੋ ਇਸ ਦਾ ਜੋ ਰਾਈਟ ਆਨਸਰ ਹੋਏਗਾ ਉਹ ਹੈ ਖਿਜਰ ਹਯਾਤ ਖਾਨ। ਠੀਕ ਹੈ, ਵੰਡ ਤੋਂ ਪਹਿਲਾਂ ਦਾ ਇਹ ਮੁੱਖ ਮੰਤਰੀ ਸੀ ਜੋ ਕਿ 1942 ਤੋਂ ਲੈ ਕੇ ਜੋ 1947 ਈਸਵੀ ਤੱਕ ਦਾ ਟਾਈਮ ਹੈ, ਇਸ ਦੇ ਵਿਚਕਾਰ ਉਪ ਨਿਵੇਸ਼ਕ ਭਾਰਤ ਵਿੱਚ ਪੰਜਾਬ ਦੇ ਸੰਘਵਾਦੀ ਪ੍ਰਮੁੱਖ ਦੇ ਰੂਪ ਵਿੱਚ ਇਸ ਦਾ ਜੋ ਕਾਰਜਕਾਲ ਸੀ ਇਸ ਨੇ ਮੁੱਖ ਭੂਮਿਕਾ ਨਿਭਾਈ ਸੀ, ਮੁੱਖ ਕੰਮ ਕੀਤਾ ਸੀ। 1942 ਤੋਂ 1947 ਈਸਵੀ ਦੇ ਵਿਚਕਾਰ ਉਪ ਨਿਵੇਸ਼ਕ ਭਾਰਤ ਦੇ ਵਿੱਚ ਪੰਜਾਬ ਦੇ ਸੰਘਵਾਦੀ ਪ੍ਰਮੁੱਖ ਦੇ ਰੂਪ ਵਿੱਚ ਇਸ ਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜੋ ਸਨ ਕੰਮ ਕੀਤੇ ਸਨ। ਲਾਸਟ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ, ਜੋ ਲਾਰਡ ਹੈਨਰੀ ਲਾਰੈਂਸ ਹੈ ਉਹ ਸਰਕਾਰੀ ਰਿਹਾਇਸ਼ ਵਿੱਚ ਮਰਿਆ ਸੀ। ਕਿੱਥੇ ਮਰਿਆ ਸੀ? ਤੁਹਾਨੂੰ ਸਥਾਨ ਪੁੱਛਿਆ ਗਿਆ ਹੈ। ਜੋ ਇਸ ਦੇ ਆਪਸ਼ਨ ਹਨ ਆਗਰਾ, ਲਖਨਊ, ਦਿੱਲੀ ਜਾਂ ਗਵਾਲੀਅਰ। ਜੋ ਲਾਰਡ ਹੈਨਰੀ ਲਾਰੈਂਸ ਹੈ ਉਹ ਸਰਕਾਰੀ ਰਿਹਾਇਸ਼ ਵਿੱਚ ਮਰਿਆ ਸੀ। ਸੋ ਇਸ ਦਾ ਜੋ ਰਾਈਟ ਆਨਸਰ ਹੋਏਗਾ ਉਹ ਹੋਏਗਾ ਲਖਨਊ ਦੇ ਵਿੱਚ। ਠੀਕ ਹੈ, ਲਖਨਊ ਦੇ ਵਿੱਚ ਲਾਰਡ ਹੈਨਰੀ ਲਾਰੈਂਸ ਜੋ ਸੀ ਉਹ ਸਰਕਾਰੀ ਰਿਹਾਇਸ਼ ਦੇ ਵਿੱਚ ਮਰਿਆ ਸੀ। ਤੇ ਇਹ ਜੋ ਸੀ ਕਿਸ ਦੇ ਨਾਲ ਸੰਬੰਧਿਤ ਸੀ? ਲਾਰਡ ਹੈਨਰੀ ਲਾਰੈਂਸ ਇਹ ਯੂਨੀਅਨਿਸਟ ਪਾਰਟੀ ਜੋ ਸੀ ਉਸ ਦੇ ਨਾਲ ਸੰਬੰਧਿਤ ਸੀ। ਤੇ ਇਸ ਦੀ ਜੋ ਡੈਥ ਹੈ ਉਹ ਕਦੋਂ ਹੋਈ ਹੈ? ਤਾਂ 4 ਜੁਲਾਈ 1857 ਈਸਵੀ ਨੂੰ ਇਸ ਦੀ ਡੈਥ ਹੋਈ ਹੈ। ਇਹ ਜੋ ਹੈ ਸਰਕਾਰੀ ਰਿਹਾਇਸ਼ ਦੇ ਵਿੱਚ ਲਖਨਊ ਦੇ ਵਿੱਚ ਮਰਿਆ ਸੀ। ਠੀਕ ਹੈ, ਸੋ ਇਸ ਫੈਕਟ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ਸੋ ਇਹ ਸਨ ਅੱਜ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ 30 MCQ 30 ਕੁਐਸਚਨ ਤੇ ਇਸ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਨੌਲੇਜ। ਸੋ ਫਰੈਂਡਸ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੋਏਗੀ ਵੀਡੀਓ, ਬਹੁਤ ਹੀ ਜ਼ਿਆਦਾ ਨੌਲੇਜ ਤੁਸੀਂ ਗੇਨ ਕੀਤੀ ਹੋਏਗੀ। ਸੋ ਫਰੈਂਡਸ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਤੁਹਾਡੇ ਇਸ ਦੇ ਵਿੱਚੋਂ ਕਿੰਨੇ ਨੰਬਰ ਆਉਂਦੇ ਹਨ, ਕਿੰਨੇ ਆਪਸ਼ਨ ਤੁਹਾਡੇ ਇਸ ਦੇ ਵਿੱਚੋਂ ਤੁਸੀਂ ਸਹੀ ਸਿਲੈਕਟ ਕੀਤੇ ਹਨ। ਸੋ ਆਪਣੀ ਨੌਲੇਜ ਦਾ ਲੈਵਲ ਤੁਸੀਂ ਚੈੱਕ ਕੀਤਾ ਹੈ, ਕਿੱਥੇ ਤੱਕ ਤੁਹਾਡਾ ਲੈਵਲ ਹੈ, ਕਿੱਥੇ ਤੱਕ ਤੁਹਾਡੀ ਪ੍ਰੈਪਰੇਸ਼ਨ ਜੋ ਹੈ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਅਸੀਂ ਜੋ YouTube ਤੇ ਬਹੁਤ ਸਾਰੀਆਂ ਵੀਡੀਓਜ਼ ਕਰ ਚੁੱਕੇ ਹਾਂ, ਪਲੇਲਿਸਟ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਸੋ ਫਰੈਂਡਸ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ, ਥੈਂਕ ਯੂ।